ਆਸਾ ਕਰਵਤ ਭਲਾ ਨ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਰਹਾਉ ਜੋ ਤਨ ਚੀਰੈ ਅੰਗ ਨ ਮੋਰੋਂ, ਪਿੰਡ ਪਰ ਤੋ ਪ੍ਰੀਤ ਨ ਤੋਰੋਂ। ਹਮ ਤੁਮ बीच भयो नहीं कोई, तुम्हें सुकंत नार हम सोई। कहत कबीर सुनो रे लोही, अब तुमरी प्रतीत न होई। वाहिगुरु जी का खालसा, वाहिगुरु जी की फतेह। गुरु सवारी साध संगत जीओ, भगत कबीर जी के मुखारबिंद तो उचारण किए हुए इस शब्द का पाठ आप जी ने श्रवण किया है। शब्द के पाठ विच कुछ गल्लां बहुत ही विचारन योग हैं। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਚਪਨ ਤੋਂ ਬਾਣੀ ਨਾਲ ਜੁੜੇ ਹੋਣ ਕਰਕੇ ਸੰਪਰਦਾਈ ਗਿਆਨੀਆਂ ਦੇ ਵਿਚਾਰ ਸੁਣੇ ਤੇ ਪੜ੍ਹੇ, ਤੇ ਅੱਜ ਵੀ ਸਾਡੇ ਕੋਲ ਉਹ ਸਾਰੇ ਸਟੀਕ ਮੌਜੂਦ ਹਨ, ਜਿਨ੍ਹਾਂ ਵਿੱਚ ਭਗਤ ਬਾਣੀ ਦੇ ਅਰਥ ਵੀ ਹਨ ਤੇ ਉਹਨਾਂ ਦਾ ਵੀ ਦੋਸ਼ ਨਹੀਂ। ਆਮ ਤੌਰ ਤੇ ਕੀ ਹੁੰਦਾ, ਜੋ ਗੱਲ ਪ੍ਰਚਲਿਤ ਹੋਵੇ ਉਸੇ ਉੱਤੇ ਹੀ ਦੂਸਰੇ ਟੀਕਾਕਾਰ ਲਿਖ ਦਿੰਦੇ। ਪਰ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਜੋ ਗੁਰਬਾਣੀ ਦੇ ਵਿਆਕਰਨ ਅਤੇ ਲਗਾ ਮਾਤਰਾ ਉੱਤੇ ਕੰਮ ਕੀਤਾ ਹੈ, ਉਸ ਨੇ ਕਾਫੀ ਭੁਲੇਖੇ ਟਪਲੇ ਭਰਮ ਦੂਰ ਵੀ ਕੀਤੇ ਹਨ। ਬਹੁ ਗਿਣਤੀ ਟੀਕਾਕਾਰਾਂ ਦੀ ਇਹ ਰਾਏ ਹੈ ਕਿ ਇਹ ਜਿਹੜੇ ਪਾਵਨ ਸ਼ਬਦ ਨੇ ਇਹ ਭਗਤ ਕਬੀਰ ਜੀ ਦੀ ਪਤਨੀ ਲੋਈ ਨੇ ਕਹੇ। ਪਰ ਜਿਹੜਾ ਅਖੀਰ ਉੱਤੇ ਪੰਗਤੀ ਵਿੱਚ ਆਉਂਦਾ, ਕਹਿਤ ਕਬੀਰ ਸੁਨੋ ਰੇ ਲੋਈ, ਹੁਣ ਜਿਹੜਾ ਲੋਈ ਸ਼ਬਦ ਹੈ ਇਹ ਤਾਂ ਠੀਕ ਹੈ, ਲੋਈ ਹੈ, ਪਰ ਇਹਦੇ ਨਾਲ ਰੇ ਹੈ। ਤੋ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਬੜੀ ਮਿਹਨਤ ਕਰਕੇ ਰੀ ਅਤੇ ਰੇ ਦਾ ਅਰਥ ਦੱਸਿਆ ਕਿ ਗੁਰਬਾਣੀ ਦੇ ਅੰਦਰ ਜਿੱਥੇ ਵੀ ਰੇ ਸ਼ਬਦ ਦੀ ਵਰਤੋਂ ਹੈ ਉਹ ਪੁਲਿੰਗ ਵਾਸਤੇ ਹੈ। ਰੇ ਨਰ ਗਰਭ ਕੁੰਡਲ ਜਬ ਆਛਤ, ਕਾਹੇ ਰੇ ਨਰ ਗਰਭ ਕਰਤ ਹੋ। ਰੇ ਨਰ ਕਾਹੇ ਪਪੋਰੋ ਦੇਹੀ, ਕਹਿਤ ਕਬੀਰ ਸੁਨੋ ਰੇ ਲੋਈ। ਭਰਮ ਨ ਭੂਲੋ ਕੋਈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹ ਲੋਈ ਅੱਖਰ ਵਰਤਿਆ ਹੈ। ਜੋ ਦੀਸੈ ਸੋ ਆਪੇ ਆਪ, ਆਪ ਉਪਾਏ ਆਪੇ ਘਟ ਥਾਪ। ਆਪ ਅਗੋਚਰ ਧੰਦੈ ਲੋਈ, ਜੋਗ ਜੁਗਤ ਜਗ ਜੀਵਨ ਸੋਈ। ਤੋ ਇਸ ਗੱਲ ਨੂੰ ਆਧਾਰ ਬਣਾ ਕੇ ਫਿਰ ਰੀ ਅੱਖਰ ਦੇ ਉੱਤੇ ਵੀ ਪ੍ਰਮਾਣ ਦਿੱਤੇ ਨੇ। ਭਗਤ ਕਬੀਰ ਜੀ ਦੇ ਹੀ ਪਿੱਛੇ ਸ਼ਬਦ ਨੂੰ ਅਸੀਂ ਵਿਚਾਰ ਆਏ ਹਾਂ, ਰਹੁ ਰਹੁ ਰੀ ਬਹੁਰੀਆ, ਘੂੰਘਟ ਜਿਨ ਕੱਢ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਅਰੀ ਭਾਈ ਗੋਬਿੰਦ ਨਾਮ ਮਤ ਬੀਸਰੈ। ਰੀ ਭਾਈ ਬੇਡੀ ਦੇਣ ਨਾ ਜਾਈ। ਇਹ ਪ੍ਰਮਾਣ ਪੜ੍ਹਨ ਅਤੇ ਸੁਣਨ ਤੋਂ ਬਾਅਦ
ਸਹਿਜੇ ਹੀ ਵਿਚਾਰ ਵਿੱਚ ਆਉਂਦਾ ਹੈ ਕਿ ਇਹ ਰੇ ਸ਼ਬਦ ਜਿਹੜਾ ਹੈ ਇਹ ਇਸਤਰੀ ਲਿੰਗ ਨਹੀਂ ਹੈਗਾ, ਔਰ ਨਾ ਹੀ ਵੀ ਮਾਤਾ ਲੋਈ ਦੀ ਕੋਈ ਬਾਣੀ ਜਾਂ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ। ਤੋ ਜਦੋਂ ਅਸੀਂ ਇਸ ਨਜ਼ਰੀਏ ਨਾਲ, ਇਸ ਦ੍ਰਿਸ਼ਟੀਕੋਣ ਨਾਲ ਇਹ ਸ਼ਬਦ ਦੀ ਵਿਚਾਰ ਕਰਾਂਗੇ ਤੇ ਸਹਿਜੇ ਸਮਝ ਆਵੇਗੀ ਵੀ ਇਹ ਤੇ ਭਗਤ ਜੀ ਆਪਣੇ ਵੱਲੋਂ ਪਰਮਾਤਮਾ ਪਤੀ ਨੂੰ ਸੰਬੋਧਨ ਕਰਕੇ ਕਹਿ ਰਹੇ, ਕਿਉਂਕਿ ਗੁਰਬਾਣੀ ਵਿੱਚ ਇਹ ਗੱਲ ਮੰਨੀ ਹੈ ਕਿ ਏਕਾ ਪੁਰਖ ਸਬਾਈ ਨਾਰ, ਅਸੀਂ ਸਭ ਜੀਵ ਰੂਪ ਇਸਤਰੀਆਂ ਹਾਂ, ਪਰਮਾਤਮਾ ਸਾਡਾ ਪਤੀ। ਤੋ ਇਸ ਲਈ ਇਹ ਭੁਲੇਖਾ ਦੂਰ ਕਰਦਾ ਹੈ ਇਹ ਸਾਰੀ ਵਿਚਾਰ ਦਾ ਨਿਚੋੜ ਕਿ ਇੱਥੇ ਜਿਹੜਾ ਰੇ ਸ਼ਬਦ ਹੈ ਇਹ ਪੁਲਿੰਗ ਹੈ ਔਰ ਸੰਸਾਰ ਵਾਸਤੇ ਵਰਤਿਆ ਗਿਆ। ਹਾਂ, ਭਗਤ ਜੀ ਆਪਣੇ ਵੱਲੋਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ, ਕਿਉਂਕਿ ਹਰ ਵੇਲੇ ਇੱਕੋ ਜਿਹੀ ਅਵਸਥਾ ਨਹੀਂ ਰਹਿੰਦੀ। ਇੱਕੋ ਜਿਹੀ ਅਵਸਥਾ ਉਦੋਂ ਬਣਦੀ ਹੈ ਜਦੋਂ ਮੈਂ ਤੇ ਤੂੰ ਦਾ ਚੱਕਰ ਖਤਮ ਹੋ ਜਾਏ। ਜਿਵੇਂ ਭਗਤ ਜੀ ਨੇ ਕਿਹਾ ਹੈ ਕਿ ਜਬ ਹਮ ਹੋਤੇ ਤਬ ਤੂੰ ਨਹੀਂ, अब तू ही मैं नाही, जब लग मेरी मेरी करे, तब लग काज एक नहीं सरै, जब मेरी मेरी मिट जाए, तब प्रभ काज सवारे आए। तो गल ते साडी उस अध्यात्मक जीवन दी हो रही है। कदे कदे मन बहुत जुड़ता है, कदे कदे नहीं जुड़ता। फिर जग्यासू कोल होर कोई तरीका नहीं, गुरमत की रोशनी विच उहदे कोलों अरदास करनी बन आउंदी। जिवें असीं रोज़ अरदासां करदे, गुरु अर्जन देव पातशाह ते बहुत ही प्यार विच भिज के कहंदे ने, पक्खा फेरी पानी ढोवां जो देवैं सो खाई। हे वाहिगुरू, जिवें तू मैनूं रखे मैं उवें राजी। आपे हर एक रंग है आपे बहु रंगी, जो तिस भावै नानका साई घर चंग। तो ऐसा प्रतीत होता है कि भगत कबीर जी उस वाहिगुरू अकाल पुरख के चरणों में बेनती करते। हुण जिहड़ियां साखियां टीकाकारां ने लिखियां ने, जो तुहानूं सुणाउण लगीए उन्हां विचों रौचकता ते लगदी है, पर अध्यात्मक गल कोई नहीं जापदी। कि लोई जी नाल भगत जी गुस्से हो गए, हुण वो बोलदे नहीं, हो उन्हां वल वेखदे नहीं। देखो, ऐसा किहड़ा परिवार है जिहदे विच पति पत्नी दी कदे खड़के ना, बिगड़े ना। आम मुहावरा है कि जी घर विच ते भांडे भी खड़क जांदे ने। मेरा मतलब है कि उस दुनियावी गल नूं इस अध्यात्मक विच लिया के शामिल करन दे नाल जग्यासू दी बिरती नूं उल्ट सेध मिलदी। तो मैनूं ते प्रिंसीपल साहिब दे इन्हां विचारां तो भावें उन्हां टीकाकारां ने भी 1 2 3 4 अर्थ कीते ने, ते गल उन्होंने भी इत्थे लिया के मुकाई, पर वो रे ते री दे चक्कर विच उलझ गए। वो री अते रे दा अंतर नहीं कढ़ सके। पर प्रिंसीपल साहब ने बड़ी मेहनत करके री वालियां पंक्तियां वखरियां कर दित्तियां ने, रे वालियां वखरियां कर दित्तियां, और ये सिद्ध कीता है कि जिथे रे है उत्थे पुलिंग है, जिथे री है उत्थे स्त्रीलिंग। तो आओ लंबी विचार न करदियां हुण भगत कबीर जी वल्लों उस परमात्मा दे चरनां विच जिहड़ी अरदास है उहदी रोशनी विच ये शब्द विचारांगे, और इहदे तो मैनूं तुहानूं सारिआं नूं प्रेरणा भी मिलदी है। भाई इस मन दा कोई इतबार नहीं, कदे कदे बड़ा आनंद विच आउंदा है, रस लैंदा है, कदे कदे फिर उखड़ जांदा। ते उहदे लई जग्यासू कोल सब तो वड्डा तरीका है अरदास।
ਤੋ ਭਗਤ ਜੀ ਵੀ ਕਹਿੰਦੇ ਨੇ, ਹਉ ਵਾਰੀ ਮੁਖ ਫੇਰ ਪਿਆਰੇ। ਹਉ ਵਾਰੀ, ਹੇ ਵਾਹਿਗੁਰੂ, ਹੇ ਪ੍ਰਭੂ ਪਤੀ, ਮੈਂ ਤੇਰੇ ਤੋਂ ਵਾਰ ਨਹੀਂ ਜਾਵਾਂ। ਮੁਖ ਫੇਰ ਪਿਆਰੇ, ਮੇਰੇ ਵੱਲ ਮੂੰਹ ਕਰਨਾ ਕਰ, ਭਾਵ ਮੈਨੂੰ ਆਪਣੇ ਦਰਸ਼ਨ ਦੀਦਾਰ ਬਖਸ਼ਣੇ ਕਰ। ਇਹ ਤਾਂ ਤੁਸੀਂ ਮੰਨਦੇ ਹੋ ਕਿ ਕੋਟ ਮਧੇ ਕੋਈ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਅਸੀਂ ਤੇ ਧੰਦੇ ਦੀ ਸਿੱਖੀ ਕਰ ਰਹੇ, ਧੰਦੇ ਦੀ ਭਗਤੀ ਕਰ ਰਹੇ। ਅੰਦਰੋਂ ਪਿਆਰ ਤੇ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਉਪਜਦਾ, ਤੇ ਜਿਹਦੇ ਅੰਦਰ ਉਪਜਦਾ ਹੈ ਉਹਦੇ ਬਾਰੇ ਵਿੱਚ ਬਾਣੀ 'ਚ ਬਹੁਤ ਕੁਝ ਲਿਖਿਆ। ਆਖਿਆ ਜਿਸ ਤਰ੍ਹਾਂ ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ। ਬੂੰਦ ਵਿਹੂਣਾ ਚਾਤਰ ਕੋ, ਕਿਉਂ ਕਰ ਤ੍ਰਿਪਤਾਵੈ। ਨਾਦ ਕੁਰੰਕੈ ਬੇਦਿਆ, ਸਨਮੁਖ ਉਠਤਾਵੈ। ਭਵਰ ਲੋਭੀ ਕੁਸਮ ਬਾਸ ਕਾ, ਮਿਲ ਆਪ ਬੰਧਾਵੈ। ਇਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਮਿਸਾਲਾਂ ਦਿੱਤੀਆਂ, ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਭੌਰਾ ਫੁੱਲ ਬਿਨਾਂ ਨਹੀਂ ਰਹਿ ਸਕਦਾ, ਪਤੰਗਾ ਦੀਵੇ ਬਿਨਾਂ ਨਹੀਂ ਰਹਿ ਸਕਦਾ। ਸੱਚਮੁੱਚ ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਖਿੱਚ ਹੋਵੇ, ਉਹ ਵੀ ਨਹੀਂ ਰਹਿ ਸਕਦਾ। ਭਾਈ ਵੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨਿਉ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ। ਹੈ ਇੱਕੋ ਲਗਨ ਲੱਗੀ ਲਈ ਜਾਂਦੀ, ਹੈ ਟੋਰ ਅਨੰਤ ਉਹਨਾਂ ਦੀ। ਵਸਲੋਂ ਉਰੇ ਮੁਕਾਮ ਨ ਕੋਈ, ਉਹ ਚਾਰ ਭਏ ਨਿਤ ਰਹਿੰਦੇ। ਤੋ ਭਗਤ ਕਬੀਰ ਜੀ ਵੀ ਇਹ ਤਰਲਾ ਲੈ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦੇ, ਹਉ ਵਾਰੀ ਮੁਖ ਫੇਰ ਪਿਆਰੇ। ਹੇ ਮੇਰੇ ਪਿਆਰੇ ਵਾਹਿਗੁਰੂ ਪਤੀ, ਮੇਰੇ ਵੱਲ ਮੂੰਹ ਕਰਨਾ ਕਰ, ਭਾਵ ਮੈਨੂੰ ਦਰਸ਼ਨ ਦੀਦਾਰ ਬਖਸ਼ਣੇ ਕਰ। ਤੇ ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਦੇਖੋ, ਗੁਰਬਾਣੀ ਦੀਆਂ ਲਗਾ ਮਾਤਰਾਂ ਤੇ ਸ਼ਬਦਾਂ ਦੇ ਸਰੂਪ ਨੂੰ ਦੇਖ ਕੇ ਬੜੇ ਭੁਲੇਖੇ ਦੂਰ ਹੁੰਦੇ ਨੇ। ਹੁਣ ਪਹਿਲੀ ਪੰਕਤੀ ਦੇ ਵਿੱਚ ਕਰਵਤ ਵੀ ਆਇਆ ਤੇ ਕਰਵਟ ਵੀ ਆਇਆ। ਜਿਹੜਾ ਕਰਵਤ ਹੈ ਉਹਦੇ ਸਪੈਲਿੰਗ ਹੋਰ ਨੇ, ਕਰਵਟ ਦੇ ਹੋਰ ਨੇ। ਤੋਂ ਪਹਿਲੇ ਕਰਵਤ ਦਾ ਮਤਲਬ ਹੈ ਕਲਵੱਤਰ, ਆਰਾ, ਤੇ ਦੂਸਰੇ ਕਰਵਟ ਦਾ ਮਤਲਬ ਹੈ ਪਾਸਾ ਕਰਨਾ, ਪਿੱਠ ਫੇਰ ਲੈਣੀ। ਤੋਂ ਭਗਤ ਜੀ ਕਹਿੰਦੇ ਨੇ, ਹਉ ਵਾਰੀ ਮੁਖ ਫੇਰ ਪਿਆਰੇ। ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਹੇ ਵਾਹਿਗੁਰੂ ਪਤੀ, ਮੇਰੇ ਵੱਲੋਂ ਕਰਵਟ ਕਰਕੇ, ਪਿੱਠ ਦੇ ਕੇ ਮੈਨੂੰ ਕਿਉਂ ਮਾਰਦੇ। ਸੱਚਮੁੱਚ ਜਿਨ੍ਹਾਂ ਨੂੰ ਦਰਸ਼ਨਾਂ ਦੀ ਕੀਮਤ ਨਹੀਂ ਪਤਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਦ ਜਿਨ੍ਹਾਂ ਦੇ ਅੰਦਰ ਇਹ ਭੁੱਖ ਪੈਦਾ ਹੋ ਜਾਏ, ਉਹ ਫਿਰ ਘੜੀ ਦਾ ਵਿਛੋੜਾ ਵੀ ਬਰਦਾਸ਼ਤ ਨਹੀਂ ਕਰਦੇ। ਰੋਜ਼ ਪੜ੍ਹਦੇ ਆ ਸ਼ਬਦ ਹਜ਼ਾਰੇ ਵਿੱਚ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲਬ ਕਰੇ ਚਾਤਰ ਕੀ ਨਿਆਈ। ਤਿਖਾ ਨ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਸਾਡੇ ਵਰਗਿਆਂ ਨੂੰ ਤੇ ਕਈ ਦਿਨ ਹੋ ਜਾਂਦੇ, ਅਸੀਂ ਗੁਰੂ ਘਰ ਵਿੱਚ ਨਹੀਂ ਆਉਂਦੇ, ਨਿਤਨੇਮ ਨਹੀਂ ਕਰਦੇ, ਬੇਪਰਵਾਹ ਹੋਏ। ਪਰ ਜਿਨ੍ਹਾਂ ਦੇ ਅੰਦਰ ਸੱਚੀ ਲਗਨ ਤੇ ਪਿਆਰ ਲੱਗ ਜਾਂਦੀ ਹੈ, ਉਹ ਤੇ ਹਰ ਵੇਲੇ ਅਰਦਾਸ ਕਰਦੇ, ਹਉ ਵਾਰੀ ਮੁਖ ਫੇਰ ਪਿਆਰੇ। ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਸੱਚਮੁੱਚ ਜਿਹੜੇ ਨਿਤਨੇਮੀ ਨੇ, ਜਿਹੜੇ ਸਤਸੰਗੀ ਨੇ, ਉਹਨਾਂ ਨੂੰ ਤੇ ਇੱਕ ਦਿਨ ਦਾ ਵੀ ਨਾਗਾ ਪੈ ਜਾਏ ਤੇ ਇਉਂ ਲੱਗਦਾ ਬਹੁਤ ਵੱਡਾ ਘਾਟਾ ਪੈ ਗਿਆ। ਤੇ ਜਿਨ੍ਹਾਂ ਵਿਚਾਰਿਆਂ ਨੇ ਕਦੇ ਨਿਤਨੇਮ ਕੀਤਾ ਹੀ ਨਹੀਂ, ਜਿਹੜੇ ਕਦੇ ਗੁਰੂ ਸੰਗਤ ਵਿੱਚ ਆਏ ਨਹੀਂ, ਉਹਨਾਂ ਨੂੰ ਕਦੇ ਮਹਿਸੂਸ ਨਹੀਂ ਹੁੰਦਾ। ਤੋ ਭਗਤ ਕਬੀਰ ਜੀ ਤਾਂ ਇਸੇ ਤਰ੍ਹਾਂ ਉਸ ਵਾਹਿਗੁਰੂ ਪਤੀ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ, ਹਉ ਵਾਰੀ
मुख फेर प्यारे, करवट दे मोह को काहे को मारे। हे वाहिगुरु पति, मेरे ਵੱਲੋਂ ਮੂੰਹ ਮੋੜ ਕੇ ਪਿੱਠ ਦੇ ਕੇ ਮੈਨੂੰ ਕਿਉਂ ਮਾਰਦੇ। ਕਰਵਤ ਭਲਾ ਨਾ ਕਰਵਟ ਤੇਰੀ। ਹੁਣ ਦੇਖੋ ਕਰਵਤ ਜਿਹੜਾ ਹੈ ਉਹ ਪੁਲਿੰਗ ਹੈ ਤੇ ਜਿਹੜਾ ਕਰਵਟ ਹੈ ਉਹ ਇਸਤਰੀ ਲਿੰਗ ਹੈ। हे परमात्मा पति जीओ, ਇਹ ਕਰਵਟ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀ। ਇਦੋਂ ਚੰਗਾ ਤੁਸੀਂ ਮੈਨੂੰ ਆਰੇ ਨਾਲ ਚੀਰ ਦਿਓ। ਭਾਵ ਆਰੇ ਨਾਲ ਚੀਰੇ ਜਾਣਾ ਤੇ ਮੈਨੂੰ ਪ੍ਰਵਾਨ ਹੈ, ਪਰ ਤੁਹਾਡੀ ਪਿੱਠ ਫੇਰਨੀ, ਤੁਹਾਡਾ ਮੂੰਹ ਫੇਰਨਾ, ਤੁਹਾਡੇ ਦਰਸ਼ਨ ਨਾ ਦੇਣੇ, ਇਹ ਮੈਨੂੰ ਪ੍ਰਵਾਨ ਨਹੀਂ। ਕਰਵਤ ਭਲਾ ਨ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਮੇਰੇ ਗਲੇ ਲੱਗ ਕੇ, ਮੇਰੇ ਵੱਲ ਮੁਖਾਰਬਿੰਦ ਕਰਕੇ ਮੈਨੂੰ ਦਰਸ਼ਨ ਦੇ ਕੇ ਮੇਰੀ ਬੇਨਤੀ ਸੁਣਨੀ ਕਰੋ। ਹਉ ਵਾਰੀ ਮੁਖ ਫੇਰ ਪਿਆਰੇ, ਮੈਂ ਵਾਰਨੇ ਜਾਵਾਂ, ਮੇਰੇ ਵੱਲ ਮੁਖ ਫੇਰੋ, ਮੈਨੂੰ ਦਰਸ਼ਨ ਦੇਣੇ ਕਰੋ। ਤੇ ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ, ਮੇਰੇ ਵੱਲ ਪਿੱਠ ਕਰਕੇ ਮੈਨੂੰ ਕਿਉਂ ਮਾਰਦੇ। ਸੱਚਮੁੱਚ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਖਿੱਚ, ਦਰਸ਼ਨਾਂ ਦੀ ਤਾਂਘ ਹੁੰਦੀ ਹੈ, ਉਹ ਤੇ ਘੜੀ ਦਾ ਜਿਹੜਾ ਵਿਛੋੜਾ ਹੈ ਉਹ ਬਰਦਾਸ਼ਤ ਨਹੀਂ ਕਰ ਸਕਦੇ। ਛੋਟੇ ਹੁੰਦਿਆਂ ਪੜ੍ਹਿਆ ਕਰਦੇ ਸੀ, ਘੜੀ ਦਾ ਵਿਛੋੜਾ ਸੱਚੇ ਪਾਤਸ਼ਾਹ ਯੁੱਗਾਂ ਦੇ ਸਮਾਨ ਹੋ ਗਿਆ। ਸੱਚਮੁੱਚ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਸੱਚੀ ਪ੍ਰੀਤ ਹੋ ਜਾਂਦੀ, ਉਹ ਤਾਂ ਘੜੀ ਪਲ ਵਾਸਤੇ ਵੀ ਨਹੀਂ ਵਿਛੜ ਸਕਦੇ। ਇਸ ਲਈ ਬੜੇ ਧੀਰਜ ਨਾਲ ਇਹ ਨਹੀਂ ਸਮਝਣਾ ਕਿ ਮੈਂ ਕਿਸੇ ਟੀਕਾਕਾਰ 'ਤੇ ਕੋਈ ਕਟਾਕਸ਼ ਕਰ ਰਿਹਾ, ਨਹੀਂ। ਮੈਂ ਉਹਨਾਂ ਦੀ ਵੀ ਇੱਜ਼ਤ ਕਰਦਾ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ, ਪਰ ਹੁਣ ਕਿਉਂਕਿ ਲਗਾ ਮਾਤਰਾ ਦੇ ਨਾਲ, ਗ੍ਰੈਮਰ ਦੇ ਨਾਲ, ਗੁਰਬਾਣੀ ਵਿਆਕਰਨ ਦੇ ਨਾਲ ਕਈ ਗੱਲਾਂ ਬੜੀਆਂ ਖੁੱਲ੍ਹ ਗਈਆਂ ਨੇ। ਤੋ ਇਹ ਭਗਤ ਜੀ ਦੀ ਇਸਤਰੀ ਲੋਈ ਦੀ ਗੱਲ ਨਹੀਂ ਹੈ। ਇਹ ਤਾਂ ਭਗਤ ਜੀ ਆਪ ਹੀ ਇਸਤਰੀ ਰੂਪ ਚੇਰੀ ਕੀ ਨਿਆਈ, ਸ਼ੋਭ ਨਹੀਂ ਬਿਨ ਭਰਤਾਰੇ। ਆਪਣੇ ਆਪ ਨੂੰ ਜੀਵ ਇਸਤਰੀ ਦੇ ਰੂਪ ਵਿੱਚ ਪਰਮਾਤਮਾ ਪਤੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ। ਜਦੋਂ ਅਸੀਂ 12 ਮਾਹ ਦਾ ਪਾਠ ਕਰਦੇ, ਉਹਦੇ ਵਿੱਚ ਵੀ ਤੁਸੀਂ ਸਾਰੇ ਧਿਆਨ ਨਾਲ ਪਾਠ ਕਰੋ ਤਾਂ ਉਹਦੇ ਵਿੱਚ ਜੀਵ ਇਸਤਰੀ ਪਰਮਾਤਮਾ ਪਤੀ ਅੱਗੇ ਬੇਨਤੀ ਕਰਦੀ, ਹੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੋ। ਤੋ ਕਹਿਣ ਦਾ ਮਤਲਬ ਭਗਤ ਕਬੀਰ ਜੀ ਕਹਿੰਦੇ ਨੇ, ਹੇ ਪ੍ਰਭੂ, ਤੁਹਾਡੇ ਤੋਂ ਵਿਛੜਨਾ ਮੇਰੇ ਲਈ ਇਉਂ ਹੈ ਜਿਵੇਂ ਆਰੇ ਨਾਲ ਚੀਰੇ ਜਾਣ। ਇਸ ਲਈ ਮੈਂ ਤੁਹਾਡੇ ਤੋਂ ਵਿਛੜ ਕੇ ਜਿਉਂਦਾ ਨਹੀਂ ਰਹਿ ਸਕਦਾ। ਜੋ ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਰਾਓ ਜੋ ਤਨ ਚੀਰੈ ਅੰਗ ਨਾ ਮੋਰੋਂ। ਜੇ ਤੁਸੀਂ ਮੇਰਾ ਸਰੀਰ ਵੀ ਚੀਰ ਲਓ, ਆਰੇ ਨਾਲ ਚੀਰ ਦਿਓ, ਮੈਂ ਆਪਣੇ ਅੰਗ ਨਹੀਂ ਮੋੜਾਂਗਾ। ਭਾਵ ਤੁਹਾਡੇ ਹਰ ਹੁਕਮ ਵਿੱਚ, ਤੁਹਾਡੀ ਰਜ਼ਾ ਵਿੱਚ ਰਾਜ਼ੀ ਰਹਿਣਾ ਮੇਰੇ ਲਈ ਸਭ ਤੋਂ ਸੁਖਦਾਈ। ਜਿਵੇਂ ਇੱਕ ਸੁਹਾਗਣ ਇਸਤਰੀ ਆਪਣੇ ਪਤੀ ਦੀ ਨਾਰਾਜ਼ਗੀ ਘੜੀ ਪਲ ਵੀ ਨਹੀਂ ਬਰਦਾਸ਼ਤ ਕਰ ਸਕਦੀ। ਤੋ ਜੋ ਤਨ ਚੀਰੈ ਅੰਗ ਨ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨ ਤੋਰੋਂ। ਪਿੰਡ ਦਾ ਮਤਲਬ ਹੈ ਸਰੀਰ, ਪਰੈ ਮਨ ਡਿੱਗ ਪਵੇ, ਫਿਰ ਵੀ ਮੈਂ ਤੁਹਾਡੇ ਵੱਲੋਂ ਇਹ ਪ੍ਰੀਤ ਨਹੀਂ ਤੋੜਾਂਗਾ। ਭਗਤਾਂ ਦੀ ਬਾਣੀ ਪੜ੍ਹਨ ਨਾਲ ਪਤਾ ਲੱਗਦਾ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਤੰਗ ਤੋਰੀ। ਤੁਹਾਡੇ ਨਾਲ ਜੋੜ ਕੇ ਮੈਂ ਦੂਜਿਆਂ ਵੱਲੋਂ ਤੋੜ ਰਹੀ ਹੈ। ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨ ਤੋਰੋਂ। ਹਮ ਤੁਮ ਬੀਚ ਭਇਓ ਨਹੀਂ ਕੋਈ। ਹੇ ਵਾਹਿਗੁਰੂ ਪਤੀ ਜੀ, ਹਮ ਸਾਡੇ ਤੇ ਤੁਮ ਤੁਹਾਡੇ ਵਿੱਚ ਕੋਈ ਪਰਦਾ ਨਹੀਂ ਹੈ, ਕੋਈ ਵਿਥ ਨਹੀਂ ਹੈਗੀ, ਕੋਈ ਦੂਰੀ ਨਹੀਂ ਹੈਗੀ। ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੁਕੰਤ ਨਾਰ ਹਮ ਸੋਈ।
हे वाहिगुरु तुसी साडे कंत पति हो और मैं तुहाडी इस्त्री हाँ। पिछे भी बहुत जगह भगत कबीर जी ने कहा है, हर मेरो पिर हों हर की बहुरिया। तो उन्हां शब्दां दी रोशनी विच सानू इत्थे किसी साखी दी, किसी माता लोई दे चरित्रां दी या होर गल जोड़न दी लोड़ नहीं। फिर भगत जी अखीर विच कहंदे ने, कहत कबीर सुनो रे लोई। रे लोई आउण दे नाल इत्थे लोई दा अर्थ है लुकाई। हे लोको, हे जगत दे मोह, सुन लै अब तुमरी प्रतीत न होई। अब हुण तुमरी तेरी प्रतीत भरोसा नहीं। मैं तेरे ते कोई भरोसा नहीं कर, क्योंकि सानू परमात्मा वालों तोड़न वाला ये जगत दा मोह है। चाहे वो इस्त्री दा है, चाहे वो पुत्रां दा है, चाहे वो धी दा है, ये जगत दा जिहड़ा मोह है ये सानू परमात्मा तो विछोड़दा। तो इस रोशनी भी जदों इस शब्द नूं पढ़ांगे सानू इहदे तो सानू वो प्रेरणा मिलेगी कि सानू अकाल पुरख नाल किवें जुड़ना चाहिए। क्योंकि श्री गुरु ग्रंथ साहिब जी की बाणी सिख दे जीवन की थम्मी है। ये ऐसे आत्मक बलबले हैं जो हरेक सिख दे अंदर उठने जरूरी हैं। वाहिगुरु जी का खालसा, वाहिगुरु जी की फतेह।